ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਇੰਗਲੈਂਡ ਵਿੱਚ ਇਸੇ ਗੁਰਦੁਆਰੇ ਸਲੋਹ ਵਿੱਚ ਸਟੇਜ ਸੈਕਟਰੀ ਦੀ ਸੇਵਾ ਨਿਭਾਉਣ ਵਾਲਾ ਵੀਰ ਸੀ ਵਰਿੰਦਰ ਸਿੰਘ। ਉਸ ਨੂੰ ਸਟੇਜ 'ਤੇ ਬੋਲਣ ਦਾ ਕੋਈ ਤਜਰਬਾ ਨਹੀਂ ਸੀ। ਜਦੋਂ ਕੋਈ ਅਨਾਉਂਸਮੈਂਟ ਕਰਨੀ ਹੁੰਦੀ ਤਦੋਂ ਮੋਟੀਆਂ-ਮੋਟੀਆਂ ਗੱਲਾਂ ਪਰਚੀ 'ਤੇ ਵੀ ਲਿਖ ਲੈਂਦਾ, ਪਰ ਸਟੇਜ 'ਤੇ ਆ ਕੇ ਫਿਰ ਜ਼ੁਬਾਨ ਥਥਲਾਉਣ ਲੱਗ ਜਾਂਦੀ। ਕਈ ਵਾਰੀ ਸੰਬੰਧਿਤ ਵਿਅਕਤੀ ਦਾ ਨਾਮ ਭੁੱਲ ਜਾਂਦਾ, ਹੋਰ ਦਾ ਹੋਰ ਕਹਿ ਜਾਂਦਾ। ਇਸ ਤਰ੍ਹਾਂ ਦੀ ਗਲਤੀ ਮੈਂ ਕਈ ਵਾਰ ਹੁੰਦੀ ਵੇਖੀ। ਐਤਵਾਰ ਵਾਲੇ ਭਰੇ ਇਕੱਠ ਵਿੱਚ ਮੈਂ ਪ੍ਰਬੰਧਕਾਂ 'ਤੇ ਹੀ ਚੰਗਾ ਤਵਾ ਲਾਇਆ। ਜਿਵੇਂ ਇਹ ਪ੍ਰਬੰਧਕ ਭਰਾ ਗੁਰਦੁਆਰੇ ਹਮਲਾਵਰ ਰੂਪ ਵਿੱਚ ਆਉਂਦੇ ਹਨ। ਇੱਕ ਧਿਰ ਜਿੱਤਦੀ ਹੈ, ਇੱਕ ਧਿਰ ਹਾਰਦੀ ਹੈ। ਹਾਰੀ ਹੋਈ ਧਿਰ ਸਾਰੇ ਪ੍ਰਬੰਧ ਵਿੱਚ ਰੁਕਾਵਟਾਂ ਪਾਉਂਦੀ ਹੈ, ਕਾਬਜ਼ ਧਿਰ ਨੂੰ ਬਦਨਾਮ ਕਰਦੀ ਹੈ। ਕਈ ਵਾਰੀ ਵੱਧਦੀ ਹੋਈ ਜੰਗ ਦੀ ਅੱਗ ਅਦਾਲਤਾਂ ਵਿੱਚ ਪਹੁੰਚ ਜਾਂਦੀ ਹੈ। ਕੌਮ ਦਾ ਅਰਪਣ ਕੀਤਾ ਬੇਅੰਤ ਪੈਸਾ ਵਕੀਲਾਂ ਦੀਆਂ ਫੀਸਾਂ ਅਤੇ ਹੋਰ ਅਜਿਹੇ ਖਰਚਿਆਂ 'ਤੇ ਬਰਬਾਦ ਕਰ ਦਿੱਤਾ ਜਾਂਦਾ ਹੈ। ਕਿਸੇ ਪ੍ਰਬੰਧਕ ਨੂੰ ਗੁਰਬਾਣੀ ਦੀਆਂ 2 ਪੰਗਤੀਆਂ ਤੱਕ ਯਾਦ ਨਹੀਂ ਹਨ। ਜੇ ਕਿਸੇ ਨੇ ਪਾਠ ਕਰ ਜਾਂ ਸੁਣ ਲਿਆ ਤਾਂ ਅਰਥਾਂ ਦਾ ਉਸ ਨੂੰ ਕੋਈ ਪਤਾ ਨਹੀਂ ਹੈ। ਹਰ ਰੋਜ਼ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਅਖੌਤੀ ਕਥਾਵਾਚਕ ਕੁਫਰ ਕਹਾਣੀਆਂ ਸਿੱਖਾਂ ਦੀਆਂ ਸਟੇਜਾਂ 'ਤੇ ਸੁਣਾ ਕੇ ਚਲੇ ਜਾਂਦੇ ਹਨ। ਗਲਤ ਕਹਾਣੀਆਂ ਤੋਂ ਕੋਈ ਤਦੋਂ ਵਰਜੇ ਅਗਰ ਖੁਦ ਨੂੰ ਕੁਝ ਗਿਆਨ ਹੋਵੇ। ਹਰ ਗੁਰਦੁਆਰੇ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਤਲਾਂਜਲੀ ਦਿੱਤੀ ਹੋਈ ਹੈ। ਗੁਰਬਾਣੀ ਵੱਲੋਂ ਵਰਜਿਤ ਸਾਰੇ ਕਰਮ ਕਾਂਡ ਗੁਰਦੁਆਰਿਆਂ ਵਿੱਚ ਸ਼ਰੇਆਮ ਹੋ ਰਹੇ ਹਨ। ਮੱਸਿਆ, ਪੁੰਨਿਆ, ਦੀਵਾਲੀ, ਦੁਸਹਿਰੇ, ਹੋਲੀ, ਸੰਗਰਾਂਦਾਂ ਸਭ ਗੁਰਦੁਆਰੇ 'ਤੇ ਕਬਜ਼ਾ ਕਰੀ ਬੈਠੀਆਂ ਹਨ। ਗੁਰੂ ਗ੍ਰੰਥ ਸਾਹਿਬ ਦਾ ਕਿਉਂ ਅਪਮਾਨ ਕਰਦੇ ਹੋ? ਇਸ ਨੂੰ ਚੁੱਕ ਕੇ ਕਿਸੇ ਹੋਰ ਥਾਂ 'ਤੇ ਪਹੁੰਚਾ ਦਿਓ। ਵਿਹਲੀ ਇਮਾਰਤ ਵਿੱਚ ਜੋ ਦਿਲ ਚਾਹੇ ਤੁਸੀਂ ਕਰਦੇ ਰਹਿਣਾ। ਹੋਰ ਤਾਂ ਹੋਰ ਇਸੇ ਗੁਰਦੁਆਰੇ ਦਾ ਸਟੇਜ ਸੈਕਟਰੀ ਭਾਈ ਵਰਿੰਦਰ ਸਿੰਘ ਸਟੇਜ ਤੋਂ ਚੰਗੇ ਢੰਗ ਨਾਲ 2-4 ਲਫ਼ਜ਼ ਨਹੀਂ ਬੋਲ ਸਕਦਾ। ਫਿਰ ਵੀ ਸਟੇਜ ਸੈਕਟਰੀ ਦੀ ਉਹ ਸੇਵਾ ਨਿਭਾ ਰਿਹਾ ਹੈ। ਕੀ ਥੋੜ੍ਹੀ ਜਿੰਨੀ ਮਿਹਨਤ ਕਰਕੇ ਅਨਾਉਂਸਮੈਂਟ ਕਰਨੀ ਵੀ ਨਹੀਂ ਸਿੱਖ ਸਕਦੇ? ਹੱਦ ਹੋ ਗਈ ਤੁਹਾਡੇ ਵਾਲੀ। ਮੈਂ ਚੰਗਾ ਗੁੱਬ-ਗਵਾਰ ਜਿਹਾ ਸਟੇਜ 'ਤੇ ਕੱਢ ਕੇ ਆਪਣੇ ਕਮਰੇ ਵਿੱਚ ਆ ਗਿਆ। ਥੋੜ੍ਹੀ ਦੇਰ ਤੋਂ ਬਾਅਦ ਸਟੇਜ ਸੈਕਟਰੀ ਵਰਿੰਦਰ ਸਿੰਘ ਮੇਰੇ ਕੋਲ ਆ ਗਿਆ। ਬੜੀ ਅਧੀਨਗੀ ਵਿੱਚ ਮੈਨੂੰ ਕਹਿਣ ਲੱਗਿਆ, ਵੀਰ ਜੀ, ਤੁਸੀਂ ਜੋ ਸਟੇਜ 'ਤੇ ਬੋਲਿਆ ਹੈ ਸਹੀ ਬੋਲਿਆ ਹੈ। ਹੋਰ ਤਾਂ ਹੋਰ ਮੈਂ ਜਿੰਮਾ ਨਹੀਂ ਚੁੱਕ ਸਕਦਾ, ਪਰ ਮੈਂ ਆਪਣੀ ਗਲਤੀ ਤੁਹਾਡੇ ਅੱਗੇ ਸਵੀਕਾਰ ਕਰਦਾ ਹਾਂ। ਸੱਚਮੁੱਚ ਹੀ ਮੈਨੂੰ ਸਟੇਜ 'ਤੇ ਬੋਲਣਾ ਨਹੀਂ ਆਉਂਦਾ। ਕਿਰਪਾ ਕਰਕੇ ਇਸ ਮਾਮਲੇ ਵਿੱਚ ਮੇਰੀ ਸਹਾਇਤਾ ਕਰੋ, ਮੈਨੂੰ ਬੋਲਣਾ ਸਿਖਾਓ। ਮੈਂ ਖੜ੍ਹਾ ਹੋ ਗਿਆ। ਵਰਿੰਦਰ ਸਿੰਘ ਦੀ ਸਹਿਣਸ਼ੀਲਤਾ ਅਤੇ ਨਿਮਰਤਾ ਵੇਖ ਕੇ ਉਸ ਨੂੰ ਗਲਵੱਕੜੀ ਵਿੱਚ ਲਿਆ। ਹੋਰ ਕਾਫੀ ਸਾਰੀਆਂ ਹੌਸਲਾ ਵਧਾਉਣ ਵਾਲੀਆਂ ਗੱਲਾਂ ਕੀਤੀਆਂ। ਅਖੀਰ ਵਿੱਚ ਮੈਂ ਕਿਹਾ, ਵੀਰ ਵਰਿੰਦਰ ਸਿੰਘ, ਮੈਂ ਤੁਹਾਨੂੰ 4 ਪ੍ਰੋਗਰਾਮ ਵਾਲੀਆਂ ਅੱਧੇ ਪੰਨੇ ਦੀਆਂ ਪਰਚੀਆਂ ਲਿਖ ਕੇ ਦਿਆਂਗਾ। ਜੇ ਜਨਮ ਨਾਲ ਸੰਬੰਧਿਤ ਕਾਰਜ ਹੋਵੇ ਤਾਂ ਉਸ ਪਰਚੀ ਵਿੱਚੋਂ ਪੜ੍ਹ ਕੇ ਸੁਣਾ ਦੇਣਾ। ਵਿਆਹ ਬਾਰੇ ਲਿਖ ਦਿਆਂਗਾ। ਮਰਗਤ ਦੇ ਭੋਗ 'ਤੇ ਬੋਲਣ ਲਈ ਲਿਖ ਦਿਆਂਗਾ। ਪਰਿਵਾਰ ਦੇ ਨਾਮ ਤੁਸੀਂ ਖੁਦ ਸ਼ਾਮਲ ਕਰ ਲਿਆ ਕਰਨੇ। ਕੋਸ਼ਿਸ਼ ਕਰਕੇ ਸਟੇਜ 'ਤੇ ਜਾਣ ਤੋਂ ਪਹਿਲਾਂ ਜਿਸ ਕਾਰਜ ਸੰਬੰਧੀ ਸਮਾਗਮ ਹੋਵੇ ਉਸ ਪਰਚੀ ਨੂੰ 5-7 ਵਾਰੀ ਪੜ੍ਹ ਲੈਣਾ। ਘਰ ਵਾਲਿਆਂ ਦੇ ਨਾਮ ਤੁਸੀਂ ਯਾਦ ਰੱਖਣੇ। ਤੁਸੀਂ ਮਹੀਨੇ ਪਿੱਛੋਂ ਅੱਛੇ ਸਟੇਜ ਸੈਕਟਰੀ ਬਣ ਜਾਓਗੇ। ਫਿਰ ਬੋਲਣ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਵਰਿੰਦਰ ਸਿੰਘ ਅਤਿਅੰਤ ਖੁਸ਼ੀ ਵਿੱਚ ਮੇਰੇ ਕੋਲੋਂ ਵਿਦਾ ਹੋਇਆ। ਇੱਕ ਦਿਨ ਲਾ ਕੇ ਮੈਂ ਸਾਰੇ ਵਿਸ਼ੇ ਉਸ ਨੂੰ ਲਿਖ ਕੇ ਦੇ ਦਿੱਤੇ। ਅਗਲੇ ਦਿਨ ਜਦੋਂ ਵਰਿੰਦਰ ਸਿੰਘ ਆਇਆ, ਸਾਰੇ ਲਿਖੇ ਕਾਗਜ਼ ਉਸ ਦੇ ਹਵਾਲੇ ਕਰ ਦਿੱਤੇ। ਉਸ ਵਿੱਚ ਸਿੱਖਣ ਦੀ ਇੱਛਾ ਸੀ ਤਾਂ ਸਿੱਖ ਗਿਆ, ਵਰਨਾ ਕਿੰਨੇ ਲੋਕ ਹਨ ਸਿਖਾਏ ਤੋਂ ਵੀ ਕੁਝ ਨਹੀਂ ਸਿੱਖਦੇ, ਸਗੋਂ ਮੇਰੇ ਵਰਗੇ ਸਿਖਾਉਣ ਵਾਲੇ ਦਾ ਹੀ ਅਪਮਾਨ ਕਰ ਜਾਂਦੇ ਨੇ। ਅਤੇ ਉਸ ਤੋਂ ਬਾਅਦ ਬਹੁਤ ਅੱਛੇ ਢੰਗ ਨਾਲ ਸਟੇਜ 'ਤੇ ਭਾਈ ਵਰਿੰਦਰ ਸਿੰਘ ਆਪਣੇ ਪ੍ਰੋਗਰਾਮ ਪੇਸ਼ ਕਰਦਾ ਰਿਹਾ। ਕਦੀ ਵੀ ਮੇਰਿਓ ਤੁਸੀਂ ਵੀ ਸਿੱਖਣ ਦਾ ਯਤਨ ਕਰਿਓ। ਆਪਾਂ ਸਾਰੀ ਉਮਰ ਜਾਣਦੇ ਕੁਝ ਵੀ ਨਹੀਂ ਅਤੇ ਦੂਜਿਆਂ ਨੂੰ ਟੋਕਾ ਟਾਕੀ ਬਹੁਤ ਕਰਦੇ ਹਾਂ, ਲੜਾਈਆਂ ਝਗੜੇ ਬਹੁਤ ਕਰਦੇ ਹਾਂ, ਪਰ ਖੁਦ ਕੁਝ ਸਿੱਖਣ ਨੂੰ ਤਿਆਰ ਨਹੀਂ, ਮਿਹਨਤ ਨਹੀਂ ਕਰਦੇ। ਆਖੋ ਸਤਿਨਾਮ।